गुड मॉर्निंग स्टूडेंट्स। ਅੱਜ ਅਸੀਂ ਜਮਾਤ 10ਵੀਂ ਦੇ ਭੂਗੋਲ ਭਾਗ ਵਿੱਚੋਂ ਪਾਠ ਨੰਬਰ 4 ਕੁਦਰਤੀ ਬਨਸਪਤੀ ਜੀਵ ਜੰਤੂ ਅਤੇ ਮਿੱਟੀਆਂ ਵਿੱਚੋਂ ਸਿਰਫ ਕੁਦਰਤੀ ਬਨਸਪਤੀ ਬਾਰੇ ਪੜਾਂਗੇ। ਮੈਂ ਅਮਨਪ੍ਰੀਤ ਕੌਰ ਸਮਾਜਿਕ ਸਿੱਖਿਆ ਅਧਿਆਪਕਾ ਸੀਨੀਅਰ ਸੈਕੰਡਰੀ ਸਕੂਲ ਬਰਨਾਲਾ ਜ਼ਿਲ੍ਹਾ ਤਰਨਤਾਰਨ। ਸੋ ਬੱਚਿਓ, ਅੱਜ ਆਪਾਂ ਕੁਦਰਤੀ ਬਨਸਪਤੀ ਬਾਰੇ ਜਾਣਕਾਰੀ ਪ੍ਰਾਪਤ ਕਰਾਂਗੇ। ਕੁਦਰਤੀ ਬਨਸਪਤੀ ਬੱਚਿਓ, ਤੁਸੀਂ ਆਪਣੇ ਜੀਵਨ ਵਿੱਚ ਕਦੇ ਨਾ ਕਦੇ ਅਜਿਹੇ ਖੇਤਰ ਜ਼ਰੂਰ ਦੇਖੇ ਹੋਣਗੇ ਜਿੱਥੇ ਬਹੁਤ ਸਾਰੇ ਦਰਖਤ, ਘਾਹ, ਜੜੀ ਬੂਟੀਆਂ ਆਪਣੇ ਆਪ ਹੀ ਉੱਗੇ ਹੁੰਦੇ ਹਨ, ਜਿਸ ਨੂੰ ਕੋਈ ਇਨਸਾਨ ਨਹੀਂ ਉਗਾਉਂਦਾ। ਉਸੇ ਨੂੰ ਤਾਂ ਅਸੀਂ ਕੁਦਰਤੀ ਬਨਸਪਤੀ ਆਖਦੇ ਹਾਂ। ਚਲੋ ਅਸੀਂ ਪੜ੍ਹੀਏ। ਕੁਦਰਤੀ ਬਨਸਪਤੀ ਮਨੁੱਖ ਦੀ ਦਖਲ ਅੰਦਾਜ਼ੀ ਤੋਂ ਬਿਨਾਂ ਉੱਗਣ ਵਾਲੀ ਬਨਸਪਤੀ ਕੁਦਰਤੀ ਬਨਸਪਤੀ ਅਖਵਾਉਂਦੀ ਹੈ। ਇਸ ਤੋਂ ਅੱਗੇ ਬੱਚਿਓ, ਜੰਗਲ ਅਤੇ ਬਨਸਪਤੀ ਜਾਤ, ਜਿਸ ਨੂੰ ਫਲੋਰਾ ਵੀ ਕਿਹਾ ਜਾਂਦਾ ਹੈ, ਉਸ ਵਿੱਚ ਅੰਤਰ ਬਾਰੇ ਅਸੀਂ ਸਮਝਾਂਗੇ। ਜੰਗਲ ਉਹ ਵੱਡਾ ਖੇਤਰ ਹੁੰਦਾ ਹੈ ਜਿੱਥੇ ਦਰਖਤ, ਝਾੜੀਆਂ, ਘਾਹ ਆਦਿ ਸੰਘਣੇ ਉੱਗੇ ਹੁੰਦੇ ਹਨ। ਬਨਸਪਤੀ ਜਾਤ ਬੱਚਿਓ, ਬਨਸਪਤੀ ਜਾਤ ਵਿੱਚ ਕਿਸੇ ਖਾਸ ਸਮੇਂ 'ਤੇ ਕਿਸੇ ਖਾਸ ਖੇਤਰ ਵਿੱਚ ਉੱਗਣ ਵਾਲੇ ਪੌਦਿਆਂ ਦੀਆਂ ਕਿਸਮਾਂ ਹੀ ਸ਼ਾਮਲ ਹੁੰਦੀਆਂ ਹਨ। ਵਿਦੇਸ਼ੀ ਬਨਸਪਤੀ। ਪਿਆਰੇ ਵਿਦਿਆਰਥੀਓ, ਤੁਸੀਂ ਜਿੰਨੀ ਵੀ ਕੁਦਰਤੀ ਬਨਸਪਤੀ ਦੇਖੀ ਹੈ, ਉਹ ਸਾਰੀ ਹੀ ਆਪਣੇ ਦੇਸ਼ ਦੀ ਨਹੀਂ। ਉਸ ਵਿੱਚ ਬਹੁਤ ਸਾਰਾ ਹਿੱਸਾ ਜਿਹੜਾ ਹੈ ਉਹ ਬਾਹਰਲੇ ਦੇਸ਼ਾਂ ਤੋਂ ਆਈਆਂ ਜੜੀ ਬੂਟੀਆਂ ਦਾ ਵੀ ਹੈ। ਸਾਡੇ ਦੇਸ਼ ਵਿੱਚ ਮਿਲਣ ਵਾਲੀ ਸਾਰੀ ਬਨਸਪਤੀ ਜਾਤੀ ਸਥਾਨਕ ਨਹੀਂ, ਸਗੋਂ 40% ਹਿੱਸਾ ਵਿਦੇਸ਼ੀ ਜਾਤੀਆਂ ਦਾ ਹੈ। ਇਹਨਾਂ ਜਾਤੀਆਂ ਨੂੰ ਬੋਰੀਅਲ ਅਤੇ ਪੈਲੀਓ ਓਸ਼ਨ ਖੰਡੀ ਜਾਤੀਆਂ ਕਿਹਾ ਜਾਂਦਾ ਹੈ। ਜਲ ਹਾਇਆਸਿੰਥ ਬੰਗਾਲ ਦੀ ਦਹਿਸ਼ਤ ਬੱਚਿਓ, ਸਮੇਂ-ਸਮੇਂ 'ਤੇ ਜਿੱਥੇ ਬਹੁਤ ਸਾਰੇ ਵਿਦੇਸ਼ੀ ਲੋਕ ਸਾਡੇ ਦੇਸ਼ ਵਿੱਚ ਆ ਕੇ ਵਸੇ, ਉੱਥੇ ਉਹ ਆਪਣੇ ਨਾਲ ਬਹੁਤ ਸਾਰੇ ਸਜਾਵਟੀ ਪੌਦੇ ਵੀ ਲੈ ਕੇ ਆਏ। ਸਾਡੇ ਦੇਸ਼ ਵਿੱਚ ਅਨੁਕੂਲ ਮੌਸਮ ਤੇ ਉਪਜਾਊ ਮਿੱਟੀ ਕਾਰਨ ਇਹਨਾਂ ਪੌਦਿਆਂ ਦੀ ਸੰਖਿਆ ਤੇਜ਼ੀ ਨਾਲ ਵਧਣ ਲੱਗੀ। ਇਹ ਵਿਦੇਸ਼ੀ ਪੌਦੇ ਭੂਮੀ ਦੀ ਉਪਜਾਊ ਸ਼ਕਤੀ ਘਟਾਉਣ ਤੇ ਭਿਆਨਕ ਬਿਮਾਰੀਆਂ ਫੈਲਾਉਣ ਵਿੱਚ ਖਤਰਨਾਕ ਸਿੱਧ ਹੋ ਰਹੇ ਹਨ। ਇਸੇ ਤਰ੍ਹਾਂ ਹੀ ਜਲ ਹਾਇਆਸਿੰਥ ਪੌਦੇ ਦੇ ਜਲ ਸਰੋਤਾਂ ਵਿੱਚ ਫੈਲ ਜਾਣ ਕਰਕੇ ਇਸ ਨੂੰ ਬੰਗਾਲ ਦੀ ਦਹਿਸ਼ਤ ਕਿਹਾ ਜਾਂਦਾ ਹੈ। ਬੱਚਿਓ, ਇਹ ਜੋ ਭਿਆਨਕ ਬਿਮਾਰੀਆਂ ਫੈਲਾ ਰਹੀਆਂ ਜੜੀ ਬੂਟੀਆਂ ਹਨ, ਇਸ ਨੂੰ ਖਤਮ ਕਰਨ ਲਈ ਸਾਡਾ ਬਹੁਤ ਸਾਰਾ ਪੈਸਾ ਵੀ ਨਸ਼ਟ ਹੋ ਰਿਹਾ ਹੈ। ਤੇ ਜਿਹੜੇ ਸਾਡੇ ਦਰਿਆ, ਝੀਲਾਂ ਹਨ, ਉਹਦੇ ਵਿੱਚ ਇਹ ਪੌਦੇ ਉੱਗ ਕੇ ਪਾਣੀ ਨੂੰ ਦੂਸ਼ਿਤ ਕਰ ਰਹੇ ਹਨ। ਸਥਾਨਕ ਕੁਦਰਤੀ ਬਨਸਪਤੀ 'ਤੇ ਪਾਏ ਜਾਣ ਵਾਲੇ ਸਥਾਨ ਬੱਚਿਓ, ਅਸੀਂ ਹੁਣ ਉਹਨਾਂ ਸਥਾਨਾਂ ਬਾਰੇ ਇੱਕ ਝਾਤੀ ਮਾਰਾਂਗੇ ਜਿੱਥੇ ਸਥਾਨਕ ਮਤਲਬ ਜਿਹੜੀ ਸਾਡੇ ਦੇਸ਼ ਦੀ ਆਪਣੀ ਬਨਸਪਤੀ ਹੈ, ਉਹ ਕਿੱਥੇ ਪਾਈ ਜਾਂਦੀ ਹੈ। ਸਭ ਤੋਂ ਪਹਿਲਾਂ ਉੱਤਰੀ ਹਿਮਾਲਿਆ ਖੇਤਰ। ਬੱਚਿਓ, ਅਸੀਂ ਉੱਤਰੀ ਹਿਮਾਲਿਆ ਖੇਤਰ ਦੀ ਇੱਕ ਤਸਵੀਰ ਦੇਖਾਂਗੇ। ਇਹ ਦੇਖੋ, ਇਹ ਉੱਤਰੀ ਹਿਮਾਲਿਆ ਖੇਤਰ ਦੀ ਇੱਕ ਤਸਵੀਰ ਹੈ ਜੋ ਉਸਦੇ ਨਾਂ ਤੋਂ ਹੀ ਪਤਾ ਹੈ ਕਿ ਸਾਡੇ ਉੱਤਰ ਵੱਲ ਸਥਿਤ ਹੈ। ਇਹ ਜੰਗਲ ਉੱਤਰ ਦੇ ਹਿਮਾਲਿਆ ਦੇ ਹਨ। ਤੁਸੀਂ ਇਸ ਤਸਵੀਰ ਦੇ ਵਿੱਚ ਦੇਖ ਸਕਦੇ ਹੋ। ਨੰਬਰ 2, ਪੱਛਮੀ ਥਾਰ ਮਾਰੂਥਲ। ਬੱਚਿਓ, ਥਾਰ ਮਾਰੂਥਲ ਸਾਡੇ ਭਾਰਤ ਵਿੱਚ ਰਾਜਸਥਾਨ ਦੇ ਵਿੱਚ ਹੈ, ਔਰ ਰਾਜਸਥਾਨ 'ਚ ਤੁਹਾਨੂੰ ਪਤਾ ਹੈ ਕਿ ਬਹੁਤ ਜ਼ਿਆਦਾ ਰੇਤ ਹੈ, ਰਤੀਲਾ ਇਲਾਕਾ ਹੈ, ਔਰ ਇੱਥੇ ਪਾਣੀ ਦੀ ਘਾਟ ਹੈ। ਇਸ ਤਰ੍ਹਾਂ ਦੇ ਇਲਾਕੇ ਵਿੱਚ ਸਾਨੂੰ ਆਮ ਹੀ ਪਤਾ ਹੈ, ਜਾਂ ਅਸੀਂ ਦੇਖਦੇ ਵੀ ਹਾਂ, ਚਾਹੇ TV 'ਤੇ ਦੇਖਿਆ ਹੀ ਹੋਵੇ ਜਾਂ ਅਸੀਂ ਆਪਣੇ ਮੋਬਾਈਲ 'ਤੇ ਦੇਖਿਆ ਹੋਵੇ, ਕਿ ਉੱਥੇ ਜੜੀ ਬੂਟੀਆਂ ਹਮੇਸ਼ਾ ਕੰਡਿਆਲੀਆਂ ਤੇ ਵੱਖਰੀ ਜਿਹੀ ਕਿਸਮ ਦੀਆਂ ਹੁੰਦੀਆਂ ਨੇ, ਜੋ ਸਾਡੇ ਆਮ ਮੈਦਾਨੀ ਇਲਾਕਿਆਂ ਵਿੱਚ ਦੇਖਣ ਨੂੰ ਨਹੀਂ ਮਿਲਦੀਆਂ। ਆਪਾਂ ਇਸ ਤਸਵੀਰ ਰਾਹੀਂ ਦੇਖਾਂਗੇ। ਇਹ ਦੇਖੋ, ਇਸ ਤਰ੍ਹਾਂ ਦੇ ਦਰਖਤ ਥਾਰ ਮਾਰੂਥਲ ਦੇ ਵਿੱਚ ਜਿਹੜੇ ਪਾਏ ਜਾਂਦੇ ਹਨ। ਨੰਬਰ 3, ਬਸਤਰ ਕੋਰਾਪੁਟ ਦੇ ਨਾ ਪਹੁੰਚਣ ਯੋਗ ਪਹਾੜੀ ਖੇਤਰ। ਮਤਲਬ ਕਿ ਛੱਤੀਸਗੜ੍ਹ ਦੇ ਵਿੱਚ ਕੁਝ ਇਹ ਇਲਾਕੇ ਜਿੱਥੇ ਇਨਸਾਨ ਦਾ ਪਹੁੰਚਣਾ ਸੰਭਵ ਨਹੀਂ, ਬਹੁਤ ਖਤਰਨਾਕ ਇਲਾਕੇ ਹਨ।
ਉਸ ਖੇਤਰ ਦੇ ਵਿੱਚ ਵੀ ਇਹ ਬਨਸਪਤੀ ਪਾਈ ਜਾਂਦੀ ਹੈ। ਅਸੀਂ ਇੱਕ ਇਸ ਦੀ ਤਸਵੀਰ ਦੇਖਾਂਗੇ। ਇਹ ਦੇਖੋ ਬੇਟਾ, ਇਹ ਕਿੰਨਾ ਭਿਆਨਕ ਦੇਖਣ ਨੂੰ ਹੀ ਲੱਗ ਰਿਹਾ ਹੈ ਕਿ ਇੱਥੇ ਕੋਈ ਇਨਸਾਨ ਦਾ ਜਾਣਾ ਬਹੁਤ ਖਤਰਨਾਕ ਹੈ। ਇਸ ਤਰ੍ਹਾਂ ਦਾ ਏਰੀਆ ਹੈ ਉੱਥੇ ਜਿਹੜੇ ਬਹੁਤ ਭਿਆਨਕ ਨੇ, ਜਿੱਥੇ ਮਨੁੱਖ ਦਾ ਜਾਣਾ ਸੰਭਵ ਨਹੀਂ ਹੈ ਜਾਂ ਖਤਰਨਾਕ ਹੈ, ਔਰ ਇੱਥੇ ਕੁਦਰਤੀ ਉਹ ਸਥਾਨਕ ਬਨਸਪਤੀ ਵੀ ਪਾਈ ਜਾਂਦੀ ਹੈ। ਕੁਦਰਤੀ ਬਨਸਪਤੀ ਦਾ ਵਿਸਥਾਰ ਬੱਚਿਓ, ਅਗਰ ਆਪਾਂ ਸੰਸਾਰ ਦੀ ਗੱਲ ਕਰੀਏ ਤੇ ਸੰਸਾਰ ਦੇ ਵਿੱਚ 29.5% ਭੂਮੀ ਜੰਗਲਾਂ ਨਾਲ ਢੱਕੀ ਹੋਈ ਹੈ, ਪਰੰਤੂ ਸਾਡੇ ਦੇਸ਼ ਵਿੱਚ ਭੂਮੀ ਦਾ ਸਿਰਫ 22.7% ਹਿੱਸਾ ਹੀ ਜੰਗਲਾਂ ਨਾਲ ਢੱਕਿਆ ਹੋਇਆ ਹੈ। ਸਾਡੇ ਦੇਸ਼ ਵਿੱਚ ਬੱਚਿਓ ਜੰਗਲਾਂ ਦੀ ਬਹੁਤ ਘਾਟ ਹੈ। ਸਾਨੂੰ ਵੱਧ ਤੋਂ ਵੱਧ ਰੁੱਖ ਲਗਾਉਣੇ ਚਾਹੀਦੇ ਹਨ। ਅਗਰ ਆਪਾਂ ਦੇਖੀਏ ਆਪਣੇ ਭਾਰਤ ਵਿੱਚ ਤਾਂ ਸਭ ਤੋਂ ਵੱਧ ਜੰਗਲੀ ਖੇਤਰ ਰਾਜ ਤ੍ਰਿਪੁਰਾ ਹੈ, ਮਤਲਬ ਕਿ ਜਿੱਥੇ ਸਭ ਤੋਂ ਜ਼ਿਆਦਾ ਜੰਗਲ ਪਾਏ ਜਾਂਦੇ ਹਨ ਉਹ ਰਾਜ ਤ੍ਰਿਪੁਰਾ ਹੈ। ਅਤੇ ਸਭ ਤੋਂ ਘੱਟ ਜੰਗਲੀ ਖੇਤਰ ਰਾਜ ਆਪਣਾ ਪੰਜਾਬ ਹੈ ਬੱਚਿਓ। ਇਹ ਬਹੁਤ ਹੀ ਫਿਕਰ ਵਾਲੀ ਗੱਲ ਹੈ ਕਿ ਸਭ ਤੋਂ ਘੱਟ ਜੰਗਲੀ ਖੇਤਰ ਜਿਹੜਾ ਸਾਡੇ ਪੰਜਾਬ ਦਾ ਹੈ। ਸਾਨੂੰ ਇਸ ਬਾਰੇ ਜਾਗਰੂਕ ਹੋਣ ਦੀ ਜ਼ਰੂਰਤ ਹੈ ਔਰ ਵੱਧ ਤੋਂ ਵੱਧ ਦਰਖਤ ਲਗਾਉਣੇ ਚਾਹੀਦੇ ਹਨ ਤੇ ਜੰਗਲਾਂ ਦੀ ਬੇਫਜ਼ੂਲੀ ਕਟਾਈ ਨਹੀਂ ਕਰਨੀ ਚਾਹੀਦੀ। ਹੁਣ ਬੱਚਿਓ ਆਪਾਂ ਕੁਦਰਤੀ ਬਨਸਪਤੀ ਦੀਆਂ ਕਿਸਮਾਂ ਦਾ ਵਰਗੀਕਰਨ ਉਸ ਬਾਰੇ ਪੜ੍ਹਾਂਗੇ। ਮੈਂ ਕੋਸ਼ਿਸ਼ ਕੀਤੀ ਹੈ ਕਿ ਇਸ ਲੈਸਨ ਦੇ ਵਿੱਚ ਸਿੰਪਲ ਤੋਂ ਸਿੰਪਲ ਤਰੀਕੇ ਨਾਲ ਤੁਹਾਨੂੰ ਕੁਦਰਤੀ ਬਨਸਪਤੀ ਬਾਰੇ ਸਮਝਾਇਆ ਜਾਏ। ਅਸੀਂ ਇਸ ਨੂੰ 5 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਇੱਕ ਪਹੁੰਚ ਦੇ ਆਧਾਰ ਤੇ, ਇਸ ਦੇ ਪੱਤਿਆਂ ਦੇ ਆਧਾਰ ਤੇ ਅਸੀਂ ਕੁਦਰਤੀ ਬਨਸਪਤੀ ਦੀ ਵੰਡ ਕਰ ਸਕਦੇ ਹਾਂ। ਫਿਰ ਪ੍ਰਸ਼ਾਸਕੀ ਆਧਾਰ ਤੇ, ਕਾਨੂੰਨੀ ਆਧਾਰ ਤੇ ਤੇ ਭੂਗੋਲਿਕ ਤੱਤਾਂ ਦੇ ਆਧਾਰ ਤੇ। ਹੁਣ ਆਪਾਂ ਇਹਨਾਂ ਨੂੰ ਡਿਟੇਲ ਵਿੱਚ ਦੇਖਾਂਗੇ। ਕੁਦਰਤੀ ਬਨਸਪਤੀ ਦਾ ਵਰਗੀਕਰਨ ਪਹਿਲਾਂ ਅਸੀਂ ਪਹੁੰਚ ਦੇ ਆਧਾਰ ਤੇ ਦੇਖਦੇ ਹਾਂ। ਬੇਟਾ, ਪਹੁੰਚ ਦੇ ਆਧਾਰ ਤੇ ਇਸ ਨੂੰ ਅਸੀਂ 2 ਤਰੀਕੇ ਨਾਲ ਵੰਡ ਸਕਦੇ ਹਾਂ, ਛੂਤੇ ਅਤੇ ਅਛੂਤੇ। ਮਤਲਬ ਜਿਵੇਂ ਪਹੁੰਚ ਸ਼ਬਦ ਤੋਂ ਹੀ ਕਲੀਅਰ ਹੈ, ਪਹੁੰਚ ਦਾ ਮਤਲਬ ਜਿੱਥੇ ਇਨਸਾਨ ਪਹੁੰਚ ਸਕੇ। ਉਸੇ ਤਰ੍ਹਾਂ ਛੂਤੇ ਜਿਨ੍ਹਾਂ ਨੂੰ ਉਹ ਛੂਹ ਸਕੇ, ਜਿੱਥੇ ਪਹੁੰਚ ਸਕੇ। ਬੇਟਾ 82% ਜੰਗਲ ਸਾਡੀ ਪਹੁੰਚ ਦੇ ਵਿੱਚ ਹਨ, ਜਿੱਥੇ ਮਨੁੱਖ ਜਾ ਸਕਦਾ ਹੈ, ਪਰ 18% ਜੰਗਲ ਅਜਿਹੇ ਸਥਾਨਾਂ ਦੇ ਉੱਤੇ ਹਨ ਜਿੱਥੇ ਇਨਸਾਨ ਦਾ ਪਹੁੰਚਣਾ ਸੰਭਵ ਨਹੀਂ ਹੈ। ਜਿਵੇਂ ਹਿਮਾਲਿਆ ਦੀਆਂ ਉੱਚੀਆਂ ਚੋਟੀਆਂ ਦੇ ਉੱਤੇ ਜੋ ਪਰਬਤ ਹੈ ਤੇ ਜਿੱਥੇ ਇਨਸਾਨ ਦਾ ਜਾਣਾ ਸੰਭਵ ਨਹੀਂ ਹੈ ਤੇ ਇਨਸਾਨ ਇਹਨਾਂ 18% ਜੰਗਲਾਂ ਦੀ ਵਰਤੋਂ ਨਹੀਂ ਕਰ ਪਾਉਂਦਾ। ਨੰਬਰ 2 ਤੇ ਅਸੀਂ ਦੇਖੀਏ ਕੁਦਰਤੀ ਬਨਸਪਤੀ ਦਾ ਵਰਗੀਕਰਨ ਪੱਤਿਆਂ ਦੇ ਆਧਾਰ ਤੇ ਜੇ ਕਰੀਏ ਤਾਂ ਦੇਖੀਏ ਇਸ ਨੂੰ ਵੀ ਅਸੀਂ 2 ਭਾਗਾਂ 'ਚ ਵੰਡ ਸਕਦੇ ਹਾਂ, ਚੌੜੇ ਪੱਤੇ ਤੇ ਨੁਕੀਲੇ ਪੱਤੇ। ਚੌੜੇ ਪੱਤੇ ਦੇ ਆਧਾਰ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਉਹ ਜੰਗਲ ਜਿੱਥੇ ਦਰਖਤਾਂ ਦੇ ਪੱਤੇ ਚੌੜੇ ਹੁੰਦੇ ਹਨ। ਇਹ ਜੰਗਲ 95% ਹਨ ਤੇ ਮਨੁੱਖ ਇਹਨਾਂ ਦੀ ਵਰਤੋਂ ਕਰਦਾ ਹੈ ਜਾਂ ਮਨੁੱਖ ਦਾ ਉੱਥੇ ਜਾਣਾ ਸੰਭਵ ਹੈ। ਨੁਕੀਲੇ ਪੱਤਿਆਂ ਵਾਲੇ ਜੰਗਲ ਬੇਟਾ 5% ਜੰਗਲ ਜੋ ਨੁਕੀਲੇ ਪੱਤਿਆਂ ਵਾਲੇ ਜਿੱਥੇ ਦਰਖਤ ਪਾਏ ਜਾਂਦੇ ਹਨ, ਇੱਥੇ ਵੀ ਮਨੁੱਖ ਦਾ ਜਾਣਾ ਸੰਭਵ ਨਹੀਂ ਹੈ। ਇਹ ਹਿਮਾਲਿਆ ਦੀਆਂ ਉੱਬੜ ਖਾਬੜ ਢਲਾਨਾਂ ਦੇ ਉੱਤੇ ਹੈ ਜਿੱਥੇ ਮਨੁੱਖ ਦਾ ਪਹੁੰਚਣਾ ਸੰਭਵ ਨਹੀਂ ਹੈ ਤੇ ਇਸ ਕਰਕੇ ਮਨੁੱਖ ਇਹਨਾਂ ਜੰਗਲਾਂ ਦਾ ਵੀ ਲਾਭ ਨਹੀਂ ਉਠਾ ਰਿਹਾ। ਇਸ ਤੋਂ ਅੱਗੇ ਅਸੀਂ ਦੇਖੀਏ ਪ੍ਰਸ਼ਾਸਕੀ ਆਧਾਰ ਤੇ ਜੰਗਲਾਂ ਦਾ ਵਰਗੀਕਰਨ ਕਰੀਏ ਤਾਂ ਦੇਖਦੇ ਹਾਂ ਅਸੀਂ ਨੂੰ 3 ਭਾਗ 'ਚ ਵੰਡ ਸਕਦੇ ਹਾਂ, ਸਰਕਾਰੀ, ਸਮੂਹਿਕ, ਨਿੱਜੀ। ਸਰਕਾਰੀ ਜੰਗਲ ਬੱਚਿਓ, ਇਹਦਾ ਮਤਲਬ ਹੈ ਕਿ ਸਰਕਾਰ ਦਾ 95% ਜੰਗਲਾਂ ਦੇ ਉੱਤੇ ਅਧਿਕਾਰ ਹੈ। ਸਮੂਹਿਕ, ਇਸ ਦਾ ਮਤਲਬ ਹੈ ਕਿ 3% ਜਿਹੜੇ ਜੰਗਲ ਨੇ ਉਹ ਨਗਰ ਨਿਗਮ ਜਾਂ ਜ਼ਿਲ੍ਹਾ ਪ੍ਰੀਸ਼ਦ ਦੇ ਅਧਿਕਾਰ ਖੇਤਰ ਆਉਂਦੇ ਹਨ, ਉਹਨਾਂ ਦੀ ਦੇਖਭਾਲ ਇਹਨਾਂ ਦੁਆਰਾ ਕੀਤੀ ਜਾਂਦੀ ਹੈ। ਨਿੱਜੀ 2% ਬੱਚਿਓ ਜੰਗਲ ਅਜਿਹੇ ਹਨ ਜਿਹੜੇ ਲੋਕਾਂ ਦੇ ਲਈ ਆਮ ਹੀ ਆਵਾਜਾਈ ਲਈ ਹਨ। ਇਸ ਤੋਂ ਅੱਗੇ ਅਸੀਂ ਕਾਨੂੰਨ ਦੇ ਆਧਾਰ ਤੇ ਦੇਖਾਂਗੇ ਤੇ ਭੂਗੋਲਿਕ ਤੱਤਾਂ ਦੇ ਆਧਾਰ ਤੇ। ਸਭ ਤੋਂ ਪਹਿਲਾਂ ਅਸੀਂ ਕਾਨੂੰਨ ਦੇ ਆਧਾਰ ਤੇ ਦੇਖਦੇ ਹਾਂ। ਬੇਟਾ ਕਾਨੂੰਨ ਦੇ ਆਧਾਰ ਤੇ ਅਸੀਂ ਕੁਦਰਤੀ ਬਨਸਪਤੀ ਦੀ 3 ਭਾਗਾਂ ਵਿੱਚ ਵੰਡ ਕਰ ਸਕਦੇ ਹਾਂ, ਸੁਰੱਖਿਅਤ ਵਣ, ਰੱਖਿਅਕ ਵਣ, ਅਣਵੰਡੇ ਵਣ। ਸੁਰੱਖਿਅਤ ਵਣ 52% ਵਣ ਜਿਹੜੇ ਸਾਡੇ ਸੁਰੱਖਿਅਤ ਵਣ ਹਨ। ਇਸ ਦਾ ਮਤਲਬ
ਕਿ 52% ਜੰਗਲਾਂ ਦੇ ਉੱਤੇ ਸਰਕਾਰ ਦਾ ਕਾਨੂੰਨ ਸਿੱਧਾ ਅਧਿਕਾਰ ਹੈ। ਮਤਲਬ ਕਿ ਉੱਥੇ ਉਹਨਾਂ ਜੰਗਲਾਂ ਦੇ ਵਿੱਚ ਆਮ ਮਨੁੱਖ ਨਹੀਂ ਜਾ ਸਕਦਾ। ਉੱਥੇ ਜਾ ਕੇ ਆਪਦੀ ਮਰਜ਼ੀ ਨਾਲ ਆਮ ਮਨੁੱਖ ਲੱਕੜਾਂ ਨਹੀਂ ਕੱਟ ਸਕਦਾ, ਪਸ਼ੂਆਂ ਦੀ ਚਰਾਈ ਨਹੀਂ ਕਰ ਸਕਦਾ। ਇਹ ਸਿੱਧੇ ਗਵਰਨਮੈਂਟ ਦੇ ਅਧਿਕਾਰ ਖੇਤਰ ਵਿੱਚ ਆਉਂਦੇ ਹਨ। ਰੱਖਿਅਕ ਵਣ ਬੇਟਾ 32% ਵਣ ਰੱਖਿਅਕ ਵਣ ਵਿੱਚ ਆਉਂਦੇ ਹਨ। ਇਸ ਦੇ ਉੱਤੇ ਵੀ ਸਰਕਾਰ ਦਾ ਹੀ ਅਧਿਕਾਰ ਹੁੰਦਾ ਹੈ, ਪਰ ਇੱਥੇ ਮਨੁੱਖ ਪਸ਼ੂ ਚਰਾਉਣ ਲਈ ਜਾਂ ਲੱਕੜ ਕੱਟਣ ਲਈ ਸਰਕਾਰ ਤੋਂ ਪਰਮਿਸ਼ਨ ਲੈ ਸਕਦਾ ਹੈ। ਅਣਵੰਡੇ ਵਣ ਬੱਚਿਓ 16% ਵਣ ਅਣਵੰਡੇ ਵਣ ਹਨ, ਜਿੱਧਰ ਸਰਕਾਰ ਦਾ ਕੋਈ ਬਹੁਤਾ ਧਿਆਨ ਨਹੀਂ ਜਾਂਦਾ। ਇਹ ਆਮ ਲੋਕਾਂ ਦੇ ਲਈ ਹੀ ਹਨ। ਆਮ ਲੋਕੀ ਇਹਨਾਂ ਦੀ ਵਰਤੋਂ ਕਰਦੇ ਹਨ, ਲੱਕੜਾਂ ਕੱਟਦੇ ਹਨ, ਪਸ਼ੂਆਂ ਨੂੰ ਚਰਾਉਂਦੇ ਹਨ। ਨੰਬਰ 5 ਤੇ ਬੱਚਿਓ ਅਸੀਂ ਦੇਖਾਂਗੇ ਭੂਗੋਲਿਕ ਤੱਤਾਂ ਦੇ ਆਧਾਰ ਤੇ ਕੁਦਰਤੀ ਬਨਸਪਤੀ ਦੀ ਵੰਡ। ਇਸ ਨੂੰ ਅਸੀਂ 5 ਭਾਗਾਂ ਦੇ ਵਿੱਚ ਵੰਡ ਸਕਦੇ ਹਾਂ। ਊਸ਼ਣ ਸਦਾਬਹਾਰ ਇਹ ਬੱਚਿਓ ਉਹ ਜੰਗਲ ਹੁੰਦੇ ਹਨ ਜਿਹੜੇ ਬਹੁਤ ਹੀ ਸੰਘਣੇ ਹੁੰਦੇ ਹਨ, ਜਿਨ੍ਹਾਂ ਦੀਆਂ ਟਾਹਣੀਆਂ ਬਹੁਤ ਉੱਚੀਆਂ ਉੱਚੀਆਂ ਲੰਬੀਆਂ ਆਪਸ ਵਿੱਚ ਘੁਲੀਆਂ ਮਿਲੀਆਂ ਹੁੰਦੀਆਂ ਹਨ ਕਿ ਮਨੁੱਖ ਦਾ ਇਹਨਾਂ ਵਿੱਚੋਂ ਲੰਘਣਾ ਵੀ ਮੁਸ਼ਕਿਲ ਹੁੰਦਾ ਹੈ। ਬਹੁਤ ਸੰਘਣੇ ਹੋਣ ਕਰਕੇ ਇੰਨੀ ਸੰਘਣੀ ਥੱਲੇ ਛਾਂ ਹੁੰਦੀ ਹੈ ਕਿ ਸੂਰਜ ਦੀ ਰੌਸ਼ਨੀ ਵੀ ਥੱਲੋਂ ਤੱਕ ਨਹੀਂ ਪਹੁੰਚਦੀ ਇੱਥੇ। ਔਰ ਪੱਤੇ ਇੰਨੇ ਡਿੱਗੇ ਹੁੰਦੇ ਹਨ ਕਿ ਨੀਚੇ ਵਾਲੀ ਇਹਨਾਂ ਦੀ ਜਗ੍ਹਾ ਬਹੁਤ ਗਲੀ ਸੜੀ ਤੇ ਦਲਦਲੀ ਹੁੰਦੀ ਹੈ, ਤੇ ਜਿੱਥੇ ਬਹੁਤ ਕੀਟ ਪਤੰਗੇ ਹੁੰਦੇ ਹਨ। ਬੱਚਿਓ ਇਸ ਤਰ੍ਹਾਂ ਦੇ ਜੰਗਲਾਂ ਵਿੱਚ ਬਾਂਸ, ਰਬੜ, ਨਾਰੀਅਲ ਤੇ ਅੰਬ ਆਦਿ ਵਰਗੇ ਦਰਖਤ ਪਾਏ ਜਾਂਦੇ ਹਨ। ਅਗਲਾ ਪੱਤਝੜੀ ਜਾਂ ਮਾਨਸੂਨੀ ਜੰਗਲ ਬੇਟਾ ਇਸ ਦੇ ਨਾਂ ਤੋਂ ਹੀ ਜਿਵੇਂ ਸਾਨੂੰ ਪਤਾ ਹੈ, ਪੱਤਝੜੀ ਮਤਲਬ ਜਿਹੜੇ ਉਹ ਦਰਖਤ ਜਿਨ੍ਹਾਂ ਦੇ ਪੱਤੇ ਝੜ ਜਾਂਦੇ ਹਨ, ਜਾਂ ਮਾਨਸੂਨੀ ਮਤਲਬ ਕਿ ਮਾਨਸੂਨ ਦਾ ਮਤਲਬ ਹੀ ਹੈ ਸੀਜ਼ਨ, ਬਾਰਿਸ਼। ਜਦੋਂ ਇੱਕ ਮੌਸਮ ਆ ਜਾਂਦਾ ਹੈ ਕਿ ਉਹਨਾਂ ਦੇ ਦਰਖਤਾਂ ਦੇ ਪੱਤੇ ਝੜ ਜਾਂਦੇ ਹਨ, ਤਾਂ ਫਿਰ ਜਦੋਂ ਬਸੰਤ ਰੁੱਤ ਆਉਂਦੀ ਹੈ ਤੇ ਉਹਨਾਂ ਦੇ ਪੱਤੇ ਦੁਬਾਰਾ ਸ਼ੁਰੂ ਹੋ ਜਾਂਦੇ ਹਨ। ਸੋ ਬੱਚਿਓ ਇਸ ਕੈਟਾਗਰੀ ਦੇ ਵਿੱਚ ਅਜਿਹੇ ਹੀ ਵਣ ਆਉਂਦੇ ਹਨ ਜਿਹੜੇ ਇੱਕ ਮੌਸਮ ਵਿੱਚ ਆਪਣੇ ਪੱਤੇ ਝਾੜ ਦਿੰਦੇ ਹਨ ਤੇ ਫਿਰ ਕਿਸੇ ਇੱਕ ਮੌਸਮ ਵਿੱਚ ਉਹਨਾਂ ਦੇ ਪੱਤੇ ਦੁਬਾਰਾ ਨਵੇਂ ਆਉਂਦੇ ਹਨ। ਇਸ ਦੇ ਵਿੱਚ ਜਾਮਨ, ਅਰਜੁਨ, ਆਂਵਲਾ, ਸ਼ਹਿਤੂਤ ਆਦਿ ਦਰਖਤ ਆਉਂਦੇ ਹਨ। ਖੁਸ਼ਕ ਬੱਚਿਓ ਇੱਕ ਖੁਸ਼ਕ ਇਲਾਕੇ ਦੇ ਵਿੱਚ ਜੰਗਲ ਹੈ ਜਿੱਥੇ ਇਸ ਤਰ੍ਹਾਂ ਦੇ ਦਰਖਤ ਪਾਏ ਜਾਂਦੇ ਹਨ। ਇਹਦੇ ਵਿੱਚ ਆ ਜਾਂਦੀ ਹੈ ਕਿੱਕਰ, ਜੰਡ, ਬੇਰ, ਨਿੰਮ, ਘਾਹ ਆਦਿ। ਅੱਗੇ ਜਵਾਰੀ। ਜਵਾਰ ਤੋਂ ਮਤਲਬ ਜਿਵੇਂ ਪਾਣੀ ਵਿੱਚ ਜਵਾਰ ਭਾਟਾ ਵੀ ਆਉਂਦਾ ਹੈ ਬੇਟਾ। ਇਹ ਪਾਣੀ ਦੇ ਉਛਾਲ ਦੇ ਨਾਲ ਜਿਹੜੀ ਮਿੱਟੀ ਕੰਢਿਆਂ 'ਤੇ ਲਿਆਂਦੀ ਗਈ ਹੁੰਦੀ ਹੈ, ਉੱਥੇ ਜੋ ਜੰਗਲ ਬਣੇ ਹੁੰਦੇ ਹਨ ਉਹਨਾਂ ਨੂੰ ਆਪਾਂ ਜਵਾਰੀ ਜੰਗਲ ਕਹਿ ਦਿੰਦੇ ਹਾਂ। ਇਸ ਨੂੰ ਡੈਲਟਾਈ ਵਣ ਵੀ ਕਿਹਾ ਜਾਂਦਾ ਹੈ। ਇੱਥੇ ਬਹੁਤ ਸਾਰੇ ਸੁੰਦਰ ਦਰਖਤ ਹੋਣ ਕਰਕੇ ਇਸ ਨੂੰ ਸੁੰਦਰੀ ਵਣ ਵੀ ਬੋਲਦੇ ਹਨ। ਇੱਥੇ ਸੁੰਦਰੀ ਦਰਖਤ, ਤਾੜ, ਨਾਰੀਅਲ ਆਦਿ ਦਰਖਤ ਪਾਏ ਜਾਂਦੇ ਹਨ। ਪਰਬਤੀ ਬੇਟਾ ਉਹ ਜੰਗਲ ਜੋ ਪਰਬਤ ਦੀਆਂ ਢਲਾਨਾਂ 'ਤੇ ਪਾਏ ਜਾਂਦੇ ਹਨ, ਅਸੀਂ ਉਹਨਾਂ ਨੂੰ ਪਰਬਤੀ ਜੰਗਲ ਕਹਿੰਦੇ ਹਾਂ। ਇੱਥੇ ਦਿਓਦਾਰ, ਚੀਲ ਆਦਿ ਉੱਚੇ ਉੱਚੇ ਦਰਖਤ ਪਾਏ ਜਾਂਦੇ ਹਨ। ਕੁਦਰਤੀ ਬਨਸਪਤੀ ਦਾ ਮਹੱਤਵ ਜਾਂ ਲਾਭ ਬੇਟਾ ਇੱਥੇ ਅਸੀਂ ਦੇਖਾਂਗੇ ਕਿ ਕੁਦਰਤੀ ਬਨਸਪਤੀ ਦਾ ਕੀ ਮਹੱਤਵ ਹੈ ਔਰ ਕੀ ਇਸ ਦਾ ਲਾਭ ਹੈ। ਨੰਬਰ 1 ਰੁਜ਼ਗਾਰ। ਬੱਚਿਓ ਜੰਗਲ ਸਾਨੂੰ ਇੱਕ ਬਹੁਤ ਵੱਡਾ ਰੁਜ਼ਗਾਰ ਦਿੰਦੇ ਹਨ। ਕਿਸ ਤਰ੍ਹਾਂ? ਮੰਨ ਲਓ 40 ਲੱਖ ਦੇ ਕਰੀਬ ਲੋਕਾਂ ਦਾ ਜੋ ਰੁਜ਼ਗਾਰ ਹੈ ਉਹ ਜੰਗਲ ਦੇ ਨਾਲੋਂ ਜੁੜਿਆ ਹੋਇਆ ਹੈ। ਕਿਵੇਂ? ਜਿਵੇਂ ਦਰਖਤਾਂ ਨੂੰ ਕੱਟਣਾ, ਲੱਕੜੀ ਚੀਰਨਾ, ਲੱਕੜਾਂ ਦੀ ਢੋਆ ਢੁਆਈ ਕਰਨਾ, ਜੰਗਲਾਂ ਦੇ ਆਫੀਸਰ ਜਿਹੜੇ ਜੰਗਲਾਂ ਦੀ ਰੱਖਿਆ ਕਰਦੇ ਹਨ ਉਹ ਅਧਿਕਾਰੀ, ਇਸ ਤੋਂ ਇਲਾਵਾ ਵਣ ਖੋਜ ਵਿਗਿਆਨੀ, ਇਹ ਸਾਰਿਆਂ ਨੂੰ ਬੇਟਾ ਰੁਜ਼ਗਾਰ ਵਣਾਂ ਤੋਂ ਹੀ ਪ੍ਰਾਪਤ ਹੁੰਦਾ ਹੈ। ਇਸ ਲਈ ਵਣ ਸਾਡੇ ਲਈ ਇੱਕ ਵੱਡਾ ਰੁਜ਼ਗਾਰ ਦਾ ਸਾਧਨ ਹਨ। ਨੰਬਰ 2 ਕੁਦਰਤੀ ਆਮਦਨ। ਬੇਟਾ ਕੁਦਰਤੀ ਬਨਸਪਤੀ ਰਾਸ਼ਟਰੀ ਆਮਦਨ ਦੇ ਵਿੱਚ ਇੱਕ ਵੱਡਾ ਰੋਲ ਅਦਾ ਕਰਦੀ ਹੈ। ਇੱਕ ਸਾਲ ਦੇ ਵਿੱਚ ਜੇ ਅਸੀਂ ਦੇਖੀਏ ਤੇ ਜਦੋਂ ਸਰਕਾਰ ਕੁਝ ਵਣਾਂ ਦਾ ਜਿਹੜਾ ਕੁਝ ਹਿੱਸਾ ਹੈ ਉਹਨੂੰ ਠੇਕੇ 'ਤੇ ਦੇ ਦਿੰਦੀ ਹੈ ਤੇ ਉਸ ਤੋਂ ਸਰਕਾਰ ਨੂੰ 1 ਅਰਬ 8 ਕਰੋੜ ਸਾਲਾਨਾ ਆਮਦਨ ਆਉਂਦੀ ਹੈ। ਇਹ ਰਾਸ਼ਟਰੀ ਆਮਦਨ ਦੇ ਵਿੱਚ ਵੀ ਇੱਕ ਵੱਡਾ ਹਿੱਸਾ ਪਾਉਂਦੇ ਹਨ। ਨੰਬਰ 3 ਦਵਾਈਆਂ। ਬੱਚਿਓ
ਜੰਗਲਾਂ ਦੇ ਵਿੱਚ ਬਹੁਤ ਸਾਰੀਆਂ ਅਣਮੁੱਲੀਆਂ ਜੜੀ ਬੂਟੀਆਂ ਹੁੰਦੀਆਂ ਹਨ, ਜਿਸ ਤੋਂ ਬਹੁਤ ਸਾਰੀਆਂ ਦਵਾਈਆਂ ਬਣਦੀਆਂ ਹਨ, ਜਿਵੇਂ ਸਿਨਕੋਨਾ ਤੋਂ ਕਨੀਨ ਬਣਦੀ ਹੈ, ਸਰਪਗੰਧਾ ਤੋਂ ਬੀਪੀ ਮਤਲਬ ਬਲੱਡ ਪ੍ਰੈਸ਼ਰ ਉਹਨੂੰ ਜਿਸਦਾ ਕਈ ਵੱਧ ਜਾਂਦਾ ਘਟ ਜਾਂਦਾ ਉਹਨੂੰ ਕੰਟਰੋਲ ਕਰਨ ਲਈ ਦਵਾਈਆਂ ਬਣਦੀਆਂ ਹਨ। ਹਰੜ, ਬੇਹੜਾ, ਆਂਵਲਾ ਤੇ ਇਸ ਤੋਂ ਆਯੁਰਵੈਦਿਕ ਜਿਹੜੀਆਂ ਦਵਾਈਆਂ ਨੇ ਉਹ ਬਣਾਈਆਂ ਜਾਂਦੀਆਂ ਹਨ। ਨੰਬਰ 4 ਕਾਗਜ਼ ਬਣਾਉਣਾ। ਬੇਟਾ ਕਈ ਤਰ੍ਹਾਂ ਦਾ ਘਾਹ ਇਹਨਾਂ ਜੰਗਲਾਂ ਦੇ ਵਿੱਚ ਮਿਲਦਾ ਹੈ, ਜਿਵੇਂ ਸਵਾਈ, ਭਾਂਬਰ, ਐਲੀਫੈਂਟਾ। ਇਹ ਸਾਰੀਆਂ ਘਾਹ ਦੀਆਂ ਕਿਸਮਾਂ ਹਨ। ਇਸ ਤੋਂ ਬਹੁਤ ਵਧੀਆ ਕਿਸਮ ਦਾ ਘਾਹ ਬਣਾਇਆ ਜਾਂਦਾ ਹੈ। ਨੰਬਰ 5 ਚਮੜਾ ਰੰਗਣਾ। ਬੱਚਿਓ ਜਿਸ ਤਰ੍ਹਾਂ ਮੈਂਗਰੋਵ, ਹਰੜ, ਆਂਵਲਾ, ਕਿੱਕਰ ਦੇ ਪੱਤੇ ਇਹਨਾਂ ਸਾਰਿਆਂ ਨੂੰ ਸੁਕਾ ਕੇ ਚਮੜਾ ਰੰਗਣ ਦੇ ਲਈ ਇਹਨਾਂ ਤੋਂ ਪਦਾਰਥ ਤਿਆਰ ਕੀਤਾ ਜਾਂਦਾ ਹੈ। ਨੰਬਰ 6 ਵਰਖਾ ਨਿਯੰਤਰਣ। ਬੱਚਿਓ ਜੋ ਵੱਡੇ ਵੱਡੇ ਦਰਖਤ ਹਨ ਜੰਗਲਾਂ ਦੇ, ਇਹ ਪੌਣਾ ਨੂੰ ਆਕਰਸ਼ਿਤ ਕਰਦੇ ਹਨ ਆਪਣੇ ਵੱਲ, ਤੇ ਪੌਣਾ ਇੱਥੇ ਆ ਕੇ ਹੀ ਬਾਰਿਸ਼ ਕਰਦੀਆਂ ਹਨ। ਇਸ ਤਰ੍ਹਾਂ ਇਹ ਵਰਖਾ ਨੂੰ ਵੀ ਨਿਯੰਤਰਿਤ ਕਰ ਲੈਂਦੇ ਹਨ, ਬਾਰਿਸ਼ ਲਿਆਉਣ ਵਿੱਚ ਅਹਿਮ ਭੂਮਿਕਾ ਨਿਭਾਉਂਦੇ ਹਨ। ਨੰਬਰ 7 ਜਲਵਾਯੂ। ਬੱਚਿਓ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਕਿ ਗਰਮੀ ਦੇ ਵਿੱਚ ਅਸੀਂ ਹਮੇਸ਼ਾ ਛਾਂ ਨੂੰ ਲੱਭਦੇ ਹਾਂ, ਕਿਉਂਕਿ ਦਰਖਤ ਦੇ ਨੀਚੇ ਜਦੋਂ ਬੈਠਦੇ ਹਾਂ ਤੇ ਸੂਰਜ ਦੀ ਰੋਸ਼ਨੀ ਘਟਦੀ ਹੈ। ਤੇ ਜਦੋਂ ਬੇਟਾ ਇਹ ਜੰਗਲ ਜਿਹੜੇ ਨੇ ਬਹੁਤ ਸੰਘਣੇ ਹੁੰਦੇ ਹਨ, ਇਹ ਹਮੇਸ਼ਾ ਹੀ ਸੂਰਜੀ ਤਾਪਮਾਨ ਨੂੰ ਨੀਚੇ ਨਹੀਂ ਪਹੁੰਚਾਉਂਦੇ, ਆਪਣੇ ਆਪ ਵਿੱਚ ਨੂੰ ਸਮਾ ਲੈਂਦੇ ਹਨ। ਮਤਲਬ ਕਿ ਇਹ ਜਿਹੜਾ ਵੱਧਦਾ ਤਾਪਮਾਨ ਹੈ ਉਸ ਨੂੰ ਕੰਟਰੋਲ ਕਰਦੇ ਹਨ, ਤੇ ਸਰਦੀਆਂ ਦੇ ਵਿੱਚ ਉਸ ਤਾਪਮਾਨ ਨੂੰ ਵਧਾ ਦਿੰਦੇ ਹਨ। ਇਸ ਨਾਲ ਕਿਸੇ ਵੀ ਜਗ੍ਹਾ ਦਾ ਜਲਵਾਯੂ ਉਹਨੂੰ ਮੇਨਟੇਨ ਰੱਖਣ ਵਿੱਚ ਬਹੁਤ ਮਹੱਤਵਪੂਰਨ ਰੋਲ ਅਦਾ ਕਰਦੇ ਹਨ ਜੰਗਲ। ਨੰਬਰ 8 ਹੜ੍ਹਾਂ ਦੀ ਰੋਕਥਾਮ। ਬੱਚਿਓ ਤੁਸੀਂ ਦੇਖਿਆ ਹੋਵੇਗਾ ਹੜ੍ਹ ਕਿੰਨੀ ਤਬਾਹੀ ਲੈ ਕੇ ਆਉਂਦੇ ਹਨ, ਪਰ ਦਰਖਤ ਹਮੇਸ਼ਾ ਹੀ ਹੜ੍ਹਾਂ ਦਾ ਜੋ ਪਾਣੀ ਦਾ ਵਹਾਅ ਹੁੰਦਾ ਹੈ ਉਸ ਨੂੰ ਰੋਕਦੇ ਹਨ, ਉਸ ਵਹਾਅ 'ਤੇ ਕੰਟਰੋਲ ਕਰਦੇ ਹਨ ਤੇ ਹੋਣ ਵਾਲੀ ਤਬਾਹੀ ਨੂੰ ਘਟਾਉਂਦੇ ਹਨ। ਨੰਬਰ 9 ਭੂਮੀ ਕਟਾ ਤੇ ਰੋਕ। ਬੱਚਿਓ ਬਾਰਿਸ਼ ਦੇ ਦਿਨਾਂ ਦੇ ਦੌਰਾਨ ਜਦੋਂ ਬਹੁਤ ਤੇਜ਼ ਬਾਰਿਸ਼ ਹੁੰਦੀ ਹੈ ਜਾਂ ਹੜ੍ਹ ਆਉਂਦੇ ਹਨ, ਜਿਹਦੇ ਨਾਲ ਭੂਮੀ ਕੱਟ ਕੇ ਵਹਿਣੀ ਸ਼ੁਰੂ ਹੋ ਜਾਂਦੀ ਹੈ, ਤੇ ਦਰਖਤ ਉਸ ਸਮੇਂ ਇਸ ਭੂਮੀ ਦੇ ਕਟਾਅ ਨੂੰ, ਇਸ ਵਹਾਅ ਨੂੰ ਰੋਕਦੇ ਹਨ, ਆਪਣੀਆਂ ਜੜ੍ਹਾਂ ਦੇ ਨਾਲ ਭੂਮੀ ਨੂੰ ਫੜ ਕੇ ਰੱਖਦੇ ਹਨ ਤੇ ਭੂਮੀ ਕਟਾਅ ਤੋਂ ਭੂਮੀ ਦਾ ਬਚਾਅ ਕਰਦੇ ਹਨ। ਨੰਬਰ 10 ਭੂਮੀ ਦੀ ਉਪਜਾਊ ਸ਼ਕਤੀ ਨੂੰ ਵਧਾਉਂਦੇ ਹਨ। ਬੇਟਾ ਮਿੱਟੀ ਦੀ ਉਪਜਾਊ ਸ਼ਕਤੀ ਨੂੰ ਕਿਸ ਤਰ੍ਹਾਂ ਵਧਾਉਂਦੇ ਹਨ? ਜਿਵੇਂ ਦਰਖਤ ਜਦੋਂ ਇਹਨਾਂ ਦੀ ਟਾਹਣੀਆਂ ਗਲ ਸੜ ਜਾਂਦੀਆਂ ਹਨ, ਪੱਤੇ ਝੜਦੇ ਹਨ ਤੇ ਉਹ ਨੀਚੇ ਹੀ ਡਿੱਗ ਜਾਂਦੇ ਹਨ। ਨੀਚੇ ਡਿੱਗਣ ਦੇ ਨਾਲ ਉਹ ਮਿੱਟੀ 'ਚ ਦੁਬਾਰਾ ਮਿਕਸ ਹੋ ਜਾਂਦੇ ਹਨ। ਕਾਫੀ ਲੰਬਾ ਸਮਾਂ ਇਹੀ ਪ੍ਰੋਸੈਸ ਚੱਲਣ ਕਰਕੇ ਉਹ ਖਾਦ ਦਾ ਰੂਪ ਬਣ ਜਾਂਦੇ ਹਨ ਤੇ ਉਸ ਖਾਦ ਦੇ ਨਾਲ ਮਿੱਟੀ ਦੀ ਉਪਜਾਊ ਸ਼ਕਤੀ ਵੱਧ ਜਾਂਦੀ ਹੈ। ਨੰਬਰ 11 ਕੁਦਰਤੀ ਸੁਹੱਪਣ। ਬੱਚਿਓ ਤੁਸੀਂ ਹਮੇਸ਼ਾ ਦੇਖਿਆ ਹੋਵੇਗਾ ਕਿ ਬਹੁਤ ਸਾਰੇ ਦਰਖਤ ਤੇ ਵੰਨ ਸੁਵੰਨੀਆਂ ਫੁੱਲਾਂ ਜਾਂ ਕੁਦਰਤੀ ਬਨਸਪਤੀ ਦੇ ਵਿੱਚ ਜੋ ਅਸੀਂ ਦੇਖਦੇ ਹਾਂ ਫੁੱਲਾਂ ਦੀਆਂ ਕਿਸਮਾਂ ਹਮੇਸ਼ਾ ਹਰ ਇੱਕ ਨੂੰ ਆਕਰਸ਼ਿਤ ਕਰਦੀਆਂ ਹਨ। ਇਸੇ ਤਰ੍ਹਾਂ ਬਹੁਤ ਸਾਰੇ ਸੈਲਾਨੀ ਇਹੋ ਜਿਹੀਆਂ ਜਗ੍ਹਾ ਦੇ ਉੱਪਰ ਜਾਂਦੇ ਰਹਿੰਦੇ ਹਨ ਜਿੱਥੇ ਕੁਦਰਤ ਨੇ ਆਪਣਾ ਤੋਹਫਾ ਬਖਸ਼ਿਆ ਹੈ। ਇਸ ਲਈ ਇਹ ਉੱਥੋਂ ਦੇ ਲੋਕਾਂ ਦਾ ਕਮਾਈ ਦਾ ਸਾਧਨ ਵੀ ਬਣਦੇ ਹਨ ਤੇ ਉਸ ਦੇਸ਼ ਦੀ ਖੂਬਸੂਰਤੀ ਨੂੰ ਵੀ ਵਧਾਉਂਦੇ ਹਨ। 12 ਉਦਯੋਗਾਂ ਲਈ ਜੀਵਨ ਦਾਨ। ਬੱਚੇ ਬਹੁਤ ਸਾਰੇ ਉਦਯੋਗ ਜੋ ਇਹਨਾਂ ਤੋਂ ਹੀ ਚੱਲਦੇ ਹਨ, ਜਿਸ ਤਰ੍ਹਾਂ ਫਰਨੀਚਰ ਦਾ ਉਦਯੋਗ, ਲਾਖ ਬਣਾਉਣਾ, ਮਾਚਿਸ ਦੀਆਂ ਤੀਲੀਆਂ ਬਣਾਉਣਾ, ਖੇਡਾਂ ਦਾ ਸਮਾਨ, ਗੂੰਦ ਆਦਿ। ਇਹ ਸਾਰੇ ਕਾਰਖਾਨੇ ਇਹਨਾਂ ਜਿਹੜੇ ਉਦਯੋਗ ਨੇ ਜਾਂ ਇਹ ਸਾਰੇ ਕਾਰਖਾਨੇ ਨੇ ਇਹ ਕੁਦਰਤੀ ਬਨਸਪਤੀ ਉੱਤੇ ਹੀ ਨਿਰਭਰ ਕਰਦੇ ਹਨ ਤੇ ਇੱਥੋਂ ਹੀ ਇਹ ਚੱਲਦੇ ਹਨ। ਬੱਚਿਓ ਮੈਨੂੰ ਆਸ ਹੈ ਕਿ ਤੁਹਾਨੂੰ ਇਹ ਪਾਠ ਸਮਝ ਆਇਆ ਹੋਵੇਗਾ। ਮੈਂ ਕੋਸ਼ਿਸ਼ ਕੀਤੀ ਹੈ ਕਿ ਬਹੁਤ ਹੀ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਇਹ ਲੈਸਨ ਸਮਝਾਇਆ ਜਾਏ ਤਾਂ ਜੋ ਤੁਸੀਂ ਬੁੱਕ ਦੇ ਵਿੱਚੋਂ ਪੜ੍ਹਦੇ ਸਮੇਂ ਇਸ ਨੂੰ ਬੋਰਿੰਗ ਮਹਿਸੂਸ ਨਾ ਕਰੋ। ਧੰਨਵਾਦ।